ਮਨਜੀਤ ਸਿੰਘ ਬੋਪਾਰਾਏ ਦੀ ਪੁਸਤਕ ਜੋਤਿਸ਼ ਝੂਠ ਬੋਲਦਾ ਦਾ ਕਾਂਡ। ਪਰਾ ਮਨੋਵਿਗਿਆਨ ਕਿਸਮਤ ਦੱਸਣ ਦੇ ਵਪਾਰ ਦੀ ਤੀਜੀ ਕਿਸਮ ਹੈ ਮਨ ਦੀ ਗੱਲ ਪੜ੍ਹਨੀ ਜਾਂ ਬੁੱਝਣੀ। ਇੱਕ ਮਨ ਤੋਂ ਲੈ ਕੇ ਦੂਜੇ ਮਨ ਤੱਕ, ਸੰਚਾਰ ਤੋਂ ਲੈ ਕੇ ਪਦਾਰਥਕ ਵਰਤਾਰਿਆਂ ਉੱਪਰ ਮਨ ਦੀ ਸ੍ਰੇਸ਼ਟਤਾ ਤੱਕ ਸਾਰੇ ਅਸਾਧਾਰਨ ਵਰਤਾਰੇ ਇਸ ਮਨ ਪੜ੍ਹਨ ਦੀ ਰਿਸਰਚ ਤਹਿਤ ਅਧਿਐਨ ਵਾਸਤੇ ਵਰਤੇ ਜਾਂਦੇ। ਸੁਪਨੇ ਵੇਖਣੇ, ਕਲਪਿਤ ਤਸਵੀਰਾਂ ਜਾਂ ਨਜ਼ਾਰੇ ਵੇਖਣੇ ਸਾਡੀਆਂ ਸਰੀਰਕ ਸਰਗਰਮੀਆਂ ਤੇ ਕੁਦਰਤੀ ਗਿਆਨ ਇੰਦਰੀਆਂ ਦੇ ਖੇਤਰ ਤੋਂ ਬਾਹਰ ਦੀਆਂ ਗੱਲਾਂ ਵਿਖਾਈ ਦਿੰਦੀਆਂ ਹਨ। ਜਿਹੜੇ ਵਿਅਕਤੀਆਂ ਨੂੰ ਨਿਰੰਤਰ ਅਜਿਹੇ ਅਨੁਭਵ ਹੁੰਦੇ ਹਨ ਉਹਨਾਂ ਨੂੰ ਸਿੱਧ ਆਖਿਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਉਹਨਾਂ ਕੋਲ ਗਿਆਨ ਇੰਦਰੀਆਂ ਤੋਂ ਪਰੇ ਵੀ ਵੇਖਣ ਜਾਂ ਸਮਝਣ ਦੀ ਸ਼ਕਤੀ ਹੁੰਦੀ ਹੈ। ਬਿਨਾਂ ਗਿਆਨ ਇੰਦਰੀਆਂ ਦੀ ਵਰਤੋਂ ਕਰਕੇ ਕੋਈ ਸੂਚਨਾ ਪ੍ਰਾਪਤ ਕਰਨ ਨੂੰ ਹੀ ESP ਐਕਸਟਰਾ ਸੈਂਸਰੀ ਪਰਸੈਪਸ਼ਨ ਆਖਦੇ ਹਨ। ਹਿੰਦੂ ਸ਼ਾਸਤਰਾਂ ਵਿੱਚ ਇਸ ਨੂੰ ਦਿਵ ਦ੍ਰਿਸ਼ਟੀ ਆਖਿਆ ਜਾਂਦਾ ਹੈ। ਇਸ ਵਿੱਚ ਟੈਲੀਪੈਥੀ, ਅਗਮ ਨਿਗਮ ਦੀ ਸੋਝੀ, ਪੂਰਵ ਪਹਿਚਾਣ ਤੇ ਪਛਾਣ ਆਦਿ ਵਰਗੇ ਮਾਨਸਿਕ ਵਰਤਾਰੇ ਸ਼ਾਮਲ ਹੁੰਦੇ ਹਨ। ਇਸ ਨੂੰ ਅੱਜ ਦੇ ਯੁੱਗ 'ਚ ਸਾਈਕੋਕਿਨੇਸਿਸ ਜਾਂ PK ਆਖਦੇ ਹਨ। ਇਹਦੇ ਅਰਥ ਹੁੰਦੇ ਹਨ ਗਿਆਤ ਭੌਤਿਕ ਸ਼ਕਤੀਆਂ ਦੀ ਵਰਤੋਂ ਬਗੈਰ ਦੂਰ ਦੁਰਾਡੇ ਪਈਆਂ ਚੀਜ਼ਾਂ ਨੂੰ ਪ੍ਰਭਾਵਿਤ ਕਰ ਦੇਣਾ। ਜਿਵੇਂ ਕਿ ਤਾਸ਼ ਵੰਡਣੀ ਕਿਸੇ ਹੋਰ ਦੀ ਮਰਜ਼ੀ ਮੁਤਾਬਕ ਪ੍ਰਭਾਵਿਤ ਹੁੰਦੀ ਸਮਝੀ ਜਾਂਦੀ ਹੈ। ਇਹ ਵਸਤੂਆਂ ਨੂੰ ਗੈਬੀ ਸ਼ਕਤੀਆਂ ਰਾਹੀਂ ਹਿਲਾ ਸਕਣ ਦਾ ਦਾਅਵਾ ਕਰਦੇ ਹਨ। ਇਸ ਲਈ ਇਹਨੂੰ ਭੌਤਿਕ ਵਰਤਾਰਾ ਆਖਿਆ ਜਾਂਦਾ ਹੈ। ਗਿਆਨ ਇੰਦਰੀਆਂ ਦੀ ਵਰਤੋਂ ਤੋਂ ਬਿਨਾਂ ਕੋਈ ਗੱਲ ਜਾਣ ਲੈਣੀ, ਬਿਨਾਂ ਕਿਸੇ ਗਿਆਨ ਭੌਤਿਕ ਸਾਧਨ ਦੇ ਦੂਰ ਦੁਰਾਡੇ ਪਈਆਂ ਵਸਤੂਆਂ 'ਚ ਗਤੀ ਪੈਦਾ ਕਰ ਦੇਣੀ ਵਰਗੇ ਮਾਨਸਿਕ ਤੇ ਸਰੀਰਕ ਵਰਤਾਰੇ ਪਰਾ ਮਨੋਵਿਗਿਆਨ ਦੇ ਅਧਿਐਨ ਅਧੀਨ ਆਉਂਦੇ ਹਨ ਤੇ ਇਹਨਾਂ ਨੂੰ ਪੈਰਾ ਸਾਈਕੋਲੋਜੀ ਇਨਵੈਸਟੀਗੇਸ਼ਨ PSI ਦੀ ਸੰਗਿਆ ਦਿੱਤੀ ਜਾਂਦੀ ਹੈ। ਇਹ ਮਨ ਦੀਆਂ ਗੱਲਾਂ ਪੜ੍ਹਨ ਬਾਰੇ ਖੋਜਾਂ ਮਨੁੱਖੀ ਸਰੀਰ ਦੇ ਤੋਂ ਬਾਹਰਲੀਆਂ ਅਨੁਭਵਾਂ ਜਿਵੇਂ ਮੌਤ ਦੇ ਬਾਅਦ ਰੂਹਾਂ, ਉਹਨਾਂ ਨਾਲ ਸੰਪਰਕ, ਰੂਹਾਂ ਵੱਲੋਂ ਕਿਸੇ ਨੂੰ ਚੰਬੜ ਜਾਣਾ ਤੇ ਛਾਇਆ ਹੋ ਜਾਣ ਵਰਗੇ ਵਰਤਾਰਿਆਂ ਦਾ ਅਧਿਐਨ ਵੀ ਕਰਦੀਆਂ ਹਨ। ਇਸ ਪ੍ਰਾਸਾਧਾਰਨ ਵਰਤਾਰਿਆਂ ਦਾ ਪ੍ਰਚਲਨ ਹਰ ਯੁੱਗ ਤੇ ਸਥਾਨ ਦੇ ਧਾਰਮਿਕ ਚਮਤਕਾਰਾਂ, ਭੂਤ ਵਿਦਿਆ, ਜਾਦੂ ਤੇ ਰਹੱਸਵਾਦ 'ਚ ਲੱਭਿਆ ਜਾ ਸਕਦਾ ਹੈ। 19ਵੀਂ ਸਦੀ ਦੇ ਕਰੀਬ ਅਗਮ ਨਿਗਮ ਦੀ ਜਾਣਕਾਰੀ ਰੱਖਣ ਦੀ ਵਿਦਿਆ, ਮੈਸਮਰਿਜ਼ਮ ਤੇ ਰੂਹਾਂ ਨਾਲ ਸੰਪਰਕ ਦੇ ਵਰਤਾਰਿਆਂ ਨੂੰ ਆਤਮਾਵਾਦ ਦੇ ਵਧਾਏ ਗਏ ਵਿਧੀ ਵਿਧਾਨ ਨਾਲ ਸੰਬੰਧਿਤ ਕਰ ਦਿੱਤਾ ਗਿਆ। ਵਿਗਿਆਨਕ ਖੋਜਾਂ ਭਾਵੇਂ ਮਾਨਸਿਕ ਵਰਤਾਰਿਆਂ ਦੀ ਅਸਲੀਅਤ ਵਿੱਚ ਵਿਸ਼ਵਾਸ ਰਿਕਾਰਡ ਕੀਤੇ ਗਏ ਇਤਿਹਾਸਿਕ ਸਮਿਆਂ ਤੋਂ ਹੀ ਆਮ ਪ੍ਰਚਲਿਤ ਰਿਹਾ ਹੈ, ਪਰ ਇਸ ਖੇਤਰ ਵਿੱਚ ਵਿਗਿਆਨਕ ਚਿੰਤਾ ਅਜੇ ਨਵੀਂ ਹੈ। ਆਧੁਨਿਕ ਵਿਗਿਆਨ ਦੀਆਂ ਲੱਭਤਾਂ ਤੋਂ ਪਹਿਲਾਂ ਮਨੁੱਖ ਦਾ ਗਿਆਨ ਕੱਚ ਘਰੜ ਤੇ ਅਗੜ ਦੁਗੜਾ ਹੀ ਸੀ ਤੇ ਗੁੰਝਲਦਾਰ ਭੌਤਿਕ ਵਰਤਾਰਿਆਂ ਬਾਰੇ ਉਹਦੀ ਸਮਝ ਪਤਲੀ ਸੀ। ਦਿਓਆਂ, ਭੂਤਾਂ, ਪ੍ਰੇਤਾਂ ਤੇ ਹੋਰ ਗੈਰ ਭੌਤਿਕਵਾਦੀ ਅਜਿਹੀਆਂ ਹੀ ਹਸਤੀਆਂ ਦੀ ਅਸਲੀਅਤ ਜਾਣਨ ਬਾਰੇ ਬਹੁਤ ਸਾਰੀਆਂ ਬਹਿਸਾਂ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਗੰਭੀਰ ਖੋਜ ਕਰਨ ਲਈ ਪਹਿਲੀ ਕੋਸ਼ਿਸ਼ ਇੱਕ ਸੰਸਥਾ ਬਣਾ ਕੇ 1882 'ਚ ਲੰਡਨ ਵਿਖੇ ਕੀਤੀ ਗਈ। ਇਸ ਤੋਂ ਬਾਅਦ 1884 ਵਿੱਚ ਨਿਊਯਾਰਕ ਵਿਖੇ ਇੱਕ ਹੋਰ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਸਭ ਤੋਂ ਵੱਧ ਮਹੱਤਵਪੂਰਨ ਗੱਲ ਇੱਕ ਬਰਤਾਨੀਆ ਦੇ ਗਰੁੱਪ ਵੱਲੋਂ ਸੰਮੋਹਨ ਦੀ ਪਰਖ ਕਰਨ ਦੀ ਵਾਪਰੀ। ਇਸੇ ਸੰਮੋਹਨ ਨੂੰ ਬਾਅਦ ਵਿੱਚ ਮਨੋਵਿਗਿਆਨ ਤੇ ਡਾਕਟਰੀ ਵਿਗਿਆਨਕ ਨੇ ਆਪਣੇ ਕਲਾਵੇ 'ਚ ਲੈ ਲਿਆ। ਮਾਨਸਿਕ ਰਿਸਰਚ ਵਿੱਚ ਦਿਲਚਸਪੀ ਦਾ ਮੁੱਖ ਕਾਰਨ 19ਵੀਂ ਸਦੀ ਦੇ ਅੰਤ ਵਿੱਚ ਰੂਹਾਨੀ ਲਹਿਰ ਦਾ ਉੱਠਣਾ ਤੇ ਰੂਹਾਂ ਨਾਲ ਸੰਪਰਕ ਕਰਨ ਦੀ ਗੱਲ ਨੂੰ ਇੱਕ ਅਸਲੀਅਤ ਵਜੋਂ ਮਾਨਤਾ ਦੇਣੀ ਸੀ। ਬ੍ਰਿਟਿਸ਼ ਸੁਸਾਇਟੀ ਦੇ 3 ਮੋਢੀਆਂ ਤੇ ਸੰਸਥਾਪਕਾਂ ਵਿੱਚੋਂ ਇੱਕ ਮਿਸਟਰ FWH ਮਾਇਰਜ਼ ਇੱਕ ਆਤਮਾਵਾਦੀ ਸਨ। ਇੱਕ ਫਰਾਂਸੀਸੀ ਸਰੀਰ ਵਿਗਿਆਨੀ ਚਾਰਲਸ ਰਿਕਟ ਆਦਿ ਵਰਗੇ ਮਾਨਸਿਕ ਖੋਜੀ ਸਮਕਾਲੀਆਂ ਨੇ ਪ੍ਰਾਸਾਧਾਰਨ ਵਰਤਾਰਿਆਂ ਨੂੰ ਅਸਲੀਅਤ ਮੰਨਦੇ ਹੋਏ ਜੀ ਆਇਆਂ ਆਖਿਆ, ਪਰ ਇਸ ਵਿਚਲੇ ਰੂਹਾਨੀ ਅੰਸ਼ ਨੂੰ ਰੱਦ ਕੀਤਾ, ਜਦੋਂ ਕਿ ਹੋਰ ਇਹਦੇ ਵੱਖ ਵਿਚਾਰਾਂ ਦੇ ਵੀ ਸਨ। ਪਰ ਇੱਕ ਗੱਲ ਤਾਂ ਇਹ ਸੀ ਕਿ ਸੰਸਾਰ ਭਰ ਦੇ ਮਾਨਸਿਕ ਖੋਜਾਂ ਕਰਨ ਵਾਲੇ ਆਤਮਾ ਦੇ ਅਸਰ ਹੋਣ ਵਿੱਚ ਵਿਸ਼ਵਾਸ ਕਰਦੇ ਸਨ। ਉਹ ਵਿਸ਼ਵਾਸ ਜਿਹੜਾ ਵਿਗਿਆਨੀਆਂ ਨੇ ਹਿਲਾ ਦਿੱਤਾ ਸੀ ਤੋਂ ਇਸ ਵਿਸ਼ਵਾਸ ਨੂੰ ਬਹਾਲ ਕਰਨਾ ਤੇ ਬਚਾਉਣਾ ਲੋਚਦੇ ਸਨ। ਇੰਗਲੈਂਡ ਵਿੱਚ ਇਸ ਖੇਤਰ ਅੰਦਰ ਇੱਕ ਪਰਖ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ
ਮਾਨਸਿਕ ਮਾਧਿਅਮ ਡੀ ਹੋਮ ਦੀ ਕੀਤੀ ਗਈ ਸੀ। ਇਹ ਪਰਖ ਇੱਕ ਰਸਾਇਣ ਸ਼ਾਸਤਰੀ ਤੇ ਭੌਤਿਕ ਵਿਗਿਆਨੀ ਸਰ ਵਿਲੀਅਮ ਕ੍ਰੁਕਸ ਨੇ ਕੀਤੀ ਸੀ। ਹੋਮ ਵੱਲੋਂ ਪੈਦਾ ਕੀਤਾ ਗਿਆ ਪ੍ਰਾਸਾਧਾਰਨ ਵਰਤਾਰਾ ਕਦੀ ਵੀ ਸਫਲਤਾਪੂਰਵਕ ਤਰਕ ਨਾਲ ਨਹੀਂ ਸਮਝਾਇਆ ਗਿਆ। ਆਪਣੀ ਜ਼ਿੰਦਗੀ ਦੇ ਅੰਤ ਮੌਕੇ ਹੋਮ ਵੀ ਆਤਮਵਾਦੀ ਮਾਧਿਅਮਾਂ ਦੇ ਕਾਰਜਾਂ ਤੋਂ ਦੁਖੀ ਹੋ ਗਿਆ ਸੀ ਤੇ ਉਹਨੇ ਇਹਨਾਂ ਧੋਖੇ ਭਰੇ ਕਾਰਨਾਮਿਆਂ ਨੂੰ ਨੰਗਾ ਕਰਨ ਵਾਲੀ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਸੀ, ਆਤਮਾਵਾਦ ਦੀਆਂ ਪਰਛਾਈਆਂ ਤੇ ਉਜਾਲੇ। ਇਸ ਕਿਤਾਬ ਵਿੱਚ ਉਹਨੇ ਲੋਕਾਂ ਨੂੰ ਧੋਖਾ ਦੇਣ ਲਈ ਵਰਤੇ ਜਾਂਦੇ ਢੰਗ ਤਰੀਕੇ ਤੇ ਟ੍ਰਿਕਾਂ ਦਾ ਵਰਣਨ ਕੀਤਾ ਸੀ। ਇਸ ਸਮੇਂ ਦੌਰਾਨ ਅਮਰੀਕਾ ਦੇ ਫਿਲਾਸਫਰ ਤੇ ਮਨੋਵਿਗਿਆਨੀ ਵਿਲੀਅਮ ਜੇਮਸ ਨੇ ਮਿਸਿਜ਼ L.E. ਪਾਈਪਰ ਦੀਆਂ ਮਾਨਸਿਕ ਸ਼ਕਤੀਆਂ ਬਾਰੇ ਤੱਥ ਲੱਭਣ ਦਾ ਦਾਅਵਾ ਕੀਤਾ। ਪ੍ਰਾਵਿਗਿਆਨੀਆਂ ਵੱਲੋਂ ਆਮ ਜ਼ਿੰਦਗੀ 'ਚ ਹਰ ਰੋਜ਼ ਕੁਦਰਤੀ ਤੇ ਆਪ ਮੁਹਾਰੇ ਤੌਰ ਤੇ ਵਰਤੇ ਜਾਂਦੇ ਸ਼ਬਦ ਤੇ ਵਾਪਰਨ ਵਾਲੀਆਂ ਘਟਨਾਵਾਂ ਦਾ ਅਧਿਐਨ ਵੀ ਕੀਤਾ ਜਾਂਦਾ ਸੀ। ਇਹਨਾਂ ਮਾਨਸਿਕ ਸ਼ਕਤੀ ਵਾਲੇ ਵਿਅਕਤੀਆਂ ਦੀ ਗਿਆਨ ਇੰਦਰੀਆਂ ਤੋਂ ਪਰੇ ਜਾਣਨ ਦੀ ਸ਼ਕਤੀ ਨੂੰ ਪਰਖਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮਨੋਵਿਗਿਆਨਕ ਰਿਸਰਚ ਇੱਕ ਅਮਰੀਕੀ ਲੇਖਕ ਅਪਟੋਨ ਸਿਨਕਲੇਅਰ ਵੱਲੋਂ ਆਪਣੀ ਪਤਨੀ ਦੀ ਪਰਖ ਕਰਨਾ ਇੱਕ ਮਹੱਤਵਪੂਰਨ ਘਟਨਾ ਸੀ। ਉੱਤਰੀ ਕੈਰੋਲੀਨਾ ਵਿੱਚ ਡਰਹਮ ਵਿਖੇ ਡਿਊਕ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਤੇ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਡੀ ਵਿਲੀਅਮ ਮੈਕਡੁਗਲ ਨੇ ਪਰਖ ਤੇ ਬਾਅਦ ਸੋਚਿਆ ਕਿ ਹੁਣ ਮਨੋਵਿਗਿਆਨ ਦੀ ਪ੍ਰਯੋਗਸ਼ਾਲਾ ਆਰੰਭ ਕਰਨ ਲਈ ਢੁਕਵਾਂ ਸਮਾਂ ਹੈ। ਉਹਨੇ ਡਾਕਟਰ ਜੋਸਫ ਬੈਕਸ ਰੀਨੇ, ਇੱਕ ਜੈਵ ਵਿਗਿਆਨੀ ਨੂੰ ਇਹਦਾ ਪਹਿਲਾ ਇੰਚਾਰਜ ਲਾ ਦਿੱਤਾ ਸੀ, ਜੋ ਕਿ ਉਹਦਾ ਜੂਨੀਅਰ ਸਹਿਯੋਗੀ ਵੀ ਸੀ। ਇਸ ਪ੍ਰਯੋਗਸ਼ਾਲਾ ਦੇ ਉਦਘਾਟਨ ਨਾਲ ਅੱਜ ਦੇ ਯੁੱਗ ਅੰਦਰ ਮਾਨਸਿਕ ਸ਼ਕਤੀਆਂ ਸੰਬੰਧੀ ਰਿਸਰਚ ਦਾ ਆਰੰਭ ਹੋ ਗਿਆ। ਰੀਨੇ ਦੀ ਪ੍ਰਯੋਗਸ਼ਾਲਾ ਮੈਕਡੁਗਲ ਦੇ ਨਿਰਦੇਸ਼ਨ ਅਧੀਨ ਡਾਕਟਰ J.B. ਰੀਨੇ ਨੇ ਆਪਣੀ ਪਤਨੀ ਡਾਕਟਰ ਲੁਈਸਾ ਤੇ ਹੈਲਗਾ ਲਿੰਡਹੋਮ ਦੇ ਸਹਿਯੋਗ ਨਾਲ ਕੁਝ ਖੋਜ ਵੀ ਕੀਤੀ। 1930ਵਿਆਂ ਦੇ ਲਗਭਗ ਇਸ ਮਾਨਸਿਕ ਸ਼ਕਤੀਆਂ ਦੇ ਖੋਜ ਕੇਂਦਰ ਨੇ ਲਿਟਰੇਚਰ ਪ੍ਰਕਾਸ਼ਿਤ ਕਰਨਾ ਵੀ ਆਰੰਭ ਕਰ ਦਿੱਤਾ। ਗਿਆਨ ਇੰਦਰੀਆਂ ਤੋਂ ਪਰੇ ਦੀਆਂ ਗੱਲਾਂ ਜਾਣਨ ਲਈ ਤਜਰਬੇ ਕਰਨ ਵਾਸਤੇ ਰੀਨੇ ਤੇ ਉਹਦੇ ਸਹਿਯੋਗੀ ਇੱਕ ਪੱਤਿਆਂ ਵਾਲੀ ਤਾਸ਼ ਦੀ ਵਰਤੋਂ ਕਰਦੇ ਸਨ। ਇਹਦੇ ਪੱਤਿਆਂ ਦਾ ਸਾਈਜ਼ ਆਮ ਤਾਸ਼ ਵਰਗਾ ਹੀ ਹੁੰਦਾ ਸੀ, ਪਰ ਇਹਦੇ ਪੱਤਿਆਂ ਉੱਤੇ ਤਾਰਾ, ਚੱਕਰ, ਕ੍ਰਾਸ, ਵਰਗ ਤੇ ਵਿੰਗੀਆਂ ਟੇਢੀਆਂ ਲਾਈਨਾਂ ਦੇ 5 ਆਕਾਰ ਛਪੇ ਹੋਏ ਹੁੰਦੇ ਸਨ। ਜੇ ਤਾਸ਼ ਦੇ 25 ਪੱਤਿਆਂ ਨੂੰ ਚੰਗੀ ਤਰ੍ਹਾਂ ਫੈਂਟ ਲੈਣ ਬਾਅਦ ਲੁਕੋ ਕੇ ਰੱਖਣ ਦੇ ਬਾਵਜੂਦ ਵੀ ਕੋਈ ਵਿਅਕਤੀ 5 ਪੱਤੇ ਸਹੀ ਬੁੱਝ ਲੈਂਦਾ ਸੀ ਤਾਂ ਇਹਨੂੰ ਮੌਕਾ ਮੇਲ ਜਾਂ ਚਾਂਸ ਸਮਝਿਆ ਜਾਂਦਾ ਸੀ। ਜੇ 10 ਪੱਤਿਆਂ ਵਿੱਚੋਂ ਕੋਈ ਵਿਅਕਤੀ 6 ਪੱਤੇ ਸਹੀ ਬੁੱਝ ਲੈਂਦਾ ਸੀ ਤਾਂ ਰੀਨੇ ਤੇ ਉਹਦੇ ਸਹਿਯੋਗੀ ਇਹ ਮੰਨ ਲੈਂਦੇ ਸੀ ਕਿ ਉਸ ਵਿਅਕਤੀ 'ਚ ਗਿਆਨ ਇੰਦਰੀਆਂ ਤੋਂ ਪਰੇ ਜਾਣਨ ਦੀ ਮਾਨਸਿਕ ਸ਼ਕਤੀ ਮੌਜੂਦ ਹੈ। ਕਈ ਸਾਲਾਂ ਬਾਅਦ ਸਾਈਕੋਕਿਨੇਸਿਸ PKV ਇਸ ਵਿੱਚ ਜੋੜ ਦਿੱਤੀ ਗਈ, ਕਿਉਂਕਿ ਰੀਨੇ ਤੇ ਉਹਦੇ ਸਹਿਯੋਗੀ ਦਾਅਵਾ ਕਰਦੇ ਸਨ ਕਿ ਉਹਨਾਂ ਦੇ ਮਾਧਿਅਮ ਆਪਣੀ ਇੱਛਾ ਨਾਲ ਹੀ ਦੂਰ ਬੈਠੇ ਪਾਸ਼ਾ ਡਿੱਗਣ ਨੂੰ ਪ੍ਰਭਾਵਿਤ ਕਰ ਸਕਦੇ ਸਨ। ਆਪਣੀ ਪਰਖਾਂ ਸਮੇਂ ਉਹ ਇੱਕ ਕੱਪ ਵਿੱਚੋਂ ਪਾਸ਼ਾ ਸੁੱਟਦੇ ਸਨ ਤੇ ਉਹਦੇ ਉੱਪਰਲੇ ਪਾਸੇ ਨਾਲ ਵਿਅਕਤੀ ਦੀ ਇੱਛਾ ਨੂੰ ਜੋੜਦੇ ਸਨ। 1934 ਵਿੱਚ ਡਾਕਟਰ ਰੀਨੇ ਦਾ ਐਕਸਟਰਾ ਸੈਂਸਰੀ ਪਰਸੈਪਸ਼ਨ ESP ਭਾਵ ਗਿਆਨ ਇੰਦਰੀਆਂ ਤੋਂ ਪਰੇ ਜਾਣਨ ਦੀ ਮਾਨਸਿਕ ਸ਼ਕਤੀ ਨਾਮੀ ਕਿਤਾਬ ਛਪੀ, ਜਿਸ ਨੇ ਵਿਗਿਆਨਕ ਖੇਤਰ 'ਚ ਤਹਿਲਕਾ ਮਚਾ ਦਿੱਤਾ। ਮਾਨਸਿਕ ਵਰਤਾਰਿਆਂ 'ਚ ਵਿਸ਼ਵਾਸ ਕਰਨ ਵਾਲੇ ਵਿਅਕਤੀਆਂ ਵੱਲੋਂ ਹਵਾਲਾ ਦੇ ਕੇ ਦੱਸੀਆਂ ਜਾਂਦੀਆਂ ਟੈਲੀਪੈਥੀ, ਅਗਮ ਨਿਗਮ ਦੀ ਸੋਝੀ ਰੱਖਣ ਦੀ ਸ਼ਕਤੀ, ਪੂਰਵ ਪਛਾਣ ਤੇ ਦੂਰ ਦਰਾਡੇ ਪਈਆਂ ਵਸਤੂਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਕੁਝ ਵਿਅਕਤੀਆਂ 'ਚ ਹੋਣ ਬਾਰੇ ਪੁਸ਼ਟੀ ਕੀਤੀ ਗਈ ਸੀ। ਸਮਕਾਲੀ ਵਿਗਿਆਨੀਆਂ ਦੀਆਂ ਖੋਜਾਂ। ਮਨੁੱਖ ਜਾਤੀ ਇੱਕ ਸੰਸਾਰ ਪ੍ਰਸਿੱਧ ਤਰਕਸ਼ੀਲ ਪੌਦਾ ਵਿਗਿਆਨੀ, ਮਨੋਚਿਕਿਤਸਕ ਤੇ ਨਿਵੇਕਲੀ ਦਿੱਖ ਵਾਲੇ ਵਿਗਿਆਨੀ ਡਾਕਟਰ ਅਬਰਾਹਿਮ T. ਕੋਵੂਰ ਦੀ ਆਭਾਰੀ ਹੈ, ਜਿਨੇ ਕੋਈ ਅੱਧੀ ਸਦੀ ਤੱਕ ਬੇਇੰਤਹਾ ਖੋਜਾਂ ਕੀਤੀਆਂ। ਮਾਨਸਿਕ, ਪਰਾਮਾਨਸਿਕ, ਰੂਹਾਨੀ ਵਰਤਾਰਿਆਂ ਦੇ ਸੰਬੰਧ ਵਿੱਚ ਉਹਨੇ ਸਿੱਟਾ ਕੱਢਿਆ ਕਿ ਅਜਿਹੇ ਦਾਅਵਿਆਂ ਤੇ ਵਿਸ਼ਵਾਸਾਂ ਪਿੱਛੇ ਕੋਈ ਵੀ ਵਸਤੂਗਤ ਸੱਚਾਈ ਨਹੀਂ ਹੈ। ਉਹ ਮਾਨਸਿਕ ਖੋਜੀਆਂ 'ਚ ਸੰਸਾਰ ਦਾ ਪਹਿਲਾ ਤੇ ਇੱਕੋ ਇੱਕ ਵਿਗਿਆਨੀ ਸੀ ਜਿਹਨੂੰ ਇਸ ਖੇਤਰ 'ਚ ਕੰਮ ਕਰਨ ਬਦਲੇ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਸੀ। ਅਮਰੀਕਾ ਦੇ ਮਿਨੇਸੋਟਾ ਇੰਸਟੀਚਿਊਟ ਆਫ ਫਿਲਾਸਫੀ ਨੇ ਮਾਨਸਿਕ ਤੇ ਪ੍ਰਾਮਾਨਸਿਕ ਵਰਤਾਰਿਆਂ ਦੇ ਅਧਿਐਨ ਸੰਬੰਧੀ ਲਿਖੇ ਉਹਦੇ ਥੀਸਿਸ ਉੱਤੇ ਉਸ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਗਈ।
ਉਹਦੀ ਦਲੀਲ ਇਹ ਸੀ ਕਿ ਜਿਹੜੇ ਲੋਕ ਮਾਨਸਿਕ, ਪ੍ਰਾਮਾਨਸਿਕ ਤੇ ਰੂਹਾਨੀ ਸ਼ਕਤੀਆਂ ਦੇ ਸਵਾਮੀ ਹੋਣ ਦਾ ਦਾਅਵਾ ਕਰਦੇ ਹਨ, ਉਹ ਸਾਰੇ ਜਾਂ ਤਾਂ ਧੋਖੇਬਾਜ਼ ਹਨ ਜਾਂ ਫਿਰ ਉਹਨਾਂ ਦੇ ਦਿਮਾਗ 'ਚ ਕੋਈ ਨੁਕਸ ਪਿਆ ਹੋਇਆ ਹੈ ਤੇ ਉਹ ਕ੍ਰਿਪਟੋਸਥੇਸੀਆ ਨਾਂ ਦੀ ਮਰਜ਼ ਦੇ ਰੋਗੀ ਹਨ। ਉਹਦੀ ਖੋਜ ਅਨੁਸਾਰ ਨਾ ਤਾਂ ਕਿਸੇ ਕੋਲ ਗੈਬੀ ਸ਼ਕਤੀਆਂ ਹਨ ਤੇ ਨਾ ਹੀ ਕਦੇ ਸਨ। ਇਹਨਾਂ ਦਾ ਵਜੂਦ ਤਾਂ ਸਿਰਫ ਧਾਰਮਿਕ ਗ੍ਰੰਥਾਂ ਦੇ ਪੰਨਿਆਂ ਜਾਂ ਸ਼ਕਤੀ ਸ਼ੋਹਰਤ ਵਾਲੇ ਅਖਬਾਰਾਂ ਦੇ ਸਫ਼ਿਆਂ 'ਚ ਹੀ ਹੈ। ਡਾਕਟਰ ਕੋਵੂਰ ਨੇ 23 ਮੱਦਾਂ ਨੂੰ ਚੈਲੰਜ ਕੀਤਾ ਤੇ ਉਹਨਾਂ ਵਿੱਚੋਂ ਇੱਕ ਮਾਨਸਿਕ ਸ਼ਕਤੀਆਂ ਬਾਰੇ ਵੀ ਸੀ। ਇੱਕ ਸੀਲਬੰਦ ਲਿਫਾਫੇ 'ਚ ਰੱਖੇ ਹੋਏ ਕਰੰਸੀ ਨੋਟ ਦਾ ਕੋਈ ਵੀ ਸਹੀ ਨੰਬਰ ਨਹੀਂ ਦੱਸ ਸਕਿਆ ਸੀ। ਜਿਹੜੇ ਲੋਕੀ ਟੈਲੀਪੈਥੀ ਰਾਹੀਂ ਮਨ ਦੀਆਂ ਗੱਲਾਂ ਬੁੱਝ ਲੈਣ ਦਾ ਦਾਅਵਾ ਕਰਦੇ ਸੀ, ਉਹਨਾਂ ਦੀ ਸਹੂਲਤ ਲਈ ਉਹ ਇੱਕ ਜੱਜ ਨੂੰ ਨੋਟ ਦਾ ਨੰਬਰ ਵਿਖਾ ਦੇਵੇਗਾ ਤਾਂ ਕਿ ਟੈਲੀਪੈਥੀ ਦਾ ਮਾਹਰ ਉਸ ਜੱਜ ਦੇ ਮਨ ਨੂੰ ਪੜ੍ਹ ਕੇ ਸਹੀ ਨੰਬਰ ਦੱਸ ਦੇਵੇ। ਟੈਲੀਪੈਥੀ ਦੇ ਮਾਹਰ ਨੂੰ ਕਿਸੇ ਹੋਰ ਅਲੱਗ ਕਮਰੇ 'ਚ ਬਿਠਾਇਆ ਜਾਏਗਾ। ਗਿਆਨ ਇੰਦਰੀਆਂ ਤੋਂ ਪਰੇ ਦੇ ਪਰੀਖਣਾਂ ਦੇ ਮਾਹਿਰ ਡਾਕਟਰ ਜੇ.ਬੀ. ਰੀਨੇ ਲਈ ਇਹ ਚੈਲੰਜ ਵਿਸ਼ੇਸ਼ ਸੱਦਾ ਮੌਜੂਦ ਸੀ। ਤੇ ਦੇਵ ਪੁਰਸ਼ ਹਾਰ ਗਏ ਤੇ ਦੇਵ, ਦੈਂਤ ਤੇ ਰੂਹਾਂ, ਜੋ ਡਾਕਟਰ ਕੋਵੂਰ ਦੀਆਂ 2 ਪ੍ਰਸਿੱਧ ਪੁਸਤਕਾਂ ਹਨ। ਮੈਂ ਉਹਨਾਂ 'ਚੋਂ ਹੋਰ ਸਮਕਾਲੀ ਵਿਗਿਆਨੀਆਂ ਦੀਆਂ ਖੋਜਾਂ ਦੇ ਹਵਾਲੇ ਇੱਥੇ ਪੇਸ਼ ਕਰਨਾ ਚਾਹਾਂਗਾ। ਪਰਾ ਮਨੋਵਿਗਿਆਨ ਦੀ ਝੂਠੀ ਵਿਗਿਆਨ ਨੇ ਗੰਭੀਰਤਾਪੂਰਵਕ ਖੋਜ ਦੇ ਵਿਸ਼ੇ ਵਜੋਂ ਯੂਨੀਵਰਸਿਟੀਆਂ ਅੰਦਰ ਜੇ.ਬੀ. ਰੀਨੇ ਦੀਆਂ ਮਨ ਨੂੰ ਦੂਸ਼ਿਤ ਕਰ ਦੇਣ ਵਾਲੀਆਂ ਕਿਤਾਬਾਂ ਐਕਸਟਰਾ ਸੈਂਸਰੀ ਪਰਸੈਪਸ਼ਨ, ਨਿਊ ਫਰੰਟੀਅਰਸ ਆਫ ਮਾਈਂਡ ਦੀ ਦ ਰੀਚ ਆਫ ਮਾਈਂਡ, ਮਾਈ 30 years of ਸਾਈਕਿਕਲ ਰਿਸਰਚ, ਟੈਲੀਪੈਥੀ ਐਂਡ ਹਿਊਮਨ ਪਰਸਨੈਲਿਟੀ ਦੇ ਪ੍ਰਕਾਸ਼ਨ ਤੋਂ ਬਾਅਦ ਸਤਿਕਾਰਤ ਥਾਂ ਬਣਾ ਲਈ ਸੀ। ਡਾਕਟਰ ਰੀਨੇ ਦੇ ਤਜਰਬਿਆਂ ਤੇ ਦਾਅਵਿਆਂ ਤੋਂ ਪ੍ਰੇਰਿਤ ਹੋ ਕੇ ਅਮਰੀਕਾ, ਯੂਰਪ ਤੇ ਭਾਰਤ ਦੀਆਂ ਕਈ ਯੂਨੀਵਰਸਿਟੀਆਂ ਤੇ ਵਿਗਿਆਨੀਆਂ ਨੇ ਮਾਨਸਿਕ ਸ਼ਕਤੀਆਂ ਸੰਬੰਧੀ ਖੋਜ ਆਰੰਭ ਕਰ ਦਿੱਤੀ। ਛੇਤੀ ਵੀ ਵੈਲਟੇ ਕ੍ਰਿੰਗਟਨ, ਐਸ.ਜੀ. ਸੋਲਗੀ, ਐਨ.ਐਮ. ਟੈਰੇਲ, ਟੀ.ਐਚ. ਦੁਲੈਸ, ਐਨ.ਵੀ. ਪੀਲ, ਜੇ.ਡਬਲਿਊ. ਡੋਨ, ਇਆਨ ਸਟੀਵਨਸਨ, ਬੀ. ਵਿਜ਼ਨਰ, ਸੀ.ਡੀ. ਬ੍ਰੇਡ, ਲਿਓਨਿਡ ਵੈਸੀਲੇਵ ਆਦਿ ਵਰਗੇ ਪ੍ਰਸਿੱਧ ਵਿਗਿਆਨਕ ਰੀਨੇ ਦੇ ਉਤਸ਼ਾਹੀ ਮਦਦਗਾਰ ਬਣ ਗਏ। ਸਾਰੀ ਦੁਨੀਆ ਦੇ ਵਿਗਿਆਨੀਆਂ 'ਚ ਉਹਨਾਂ ਨੇ ਸਨਸਨੀਖੇਜ ਦਾਅਵਿਆਂ ਨੇ ਹਲਚਲ ਪੈਦਾ ਕਰ ਦਿੱਤੀ ਤੇ ਇਸ ਲਈ ਕਈ ਹੋਰ ਵਿਗਿਆਨਕ ਵੀ ਗਿਆਨ ਇੰਦਰੀਆਂ ਤੋਂ ਪਰੇ ਦੇ ਪਰੀਖਣਾਂ ESP ਦੀ ਰਿਸਰਚ ਵਿੱਚ ਜੁਟ ਗਏ। ਸਾਨੂੰ ਡਾਕਟਰ E. ਐਡਮਜ਼, ਡਾਕਟਰ ਗੀ ਆਰ ਪ੍ਰਾਈਸ, ਪ੍ਰੋਫੈਸਰ ਕੈਨੇਡੀ, ਡਾਕਟਰ ਜੌਨ ਈ ਕੂਵਰ, ਡਾਕਟਰ ਕ੍ਰਿਸਟੋਫਰ ਸਕਾਟ, ਡਾਕਟਰ ਡੈਨਿਸ ਹਾਈਡ, ਡਾਕਟਰ ਡੈਨਿਸ ਪਾਰਸਨਸ, ਡਾਕਟਰ ਹੈਲਮੇ, ਪ੍ਰੋਫੈਸਰ ਜੌਨ ਸਕਾਰਨੇ, ਡਾਕਟਰ ਈ ਰੌਕਸ, ਡਾਕਟਰ ਅਨੀਤਾ ਕੌਸਮ, ਪ੍ਰੋਫੈਸਰ ਐਂਥੋਨੀ ਫਲਿਊ ਤੇ ਕਈ ਹੋਰ ਵਿਗਿਆਨੀਆਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ESP ਸੰਬੰਧੀ ਦਾਅਵਿਆਂ ਦੀ ਪਰਖ ਨੁਕਤਾਚੀਨੀ ਕੀਤੀ। ਇਹਨਾਂ ਵਿਗਿਆਨੀਆਂ ਵੱਲੋਂ ਕੀਤੀ ਗਈ ਪੜਤਾਲ ਵੱਖ-ਵੱਖ ਵਿਗਿਆਨਕ ਤੇ ਮਨੋਵਿਗਿਆਨਕ ਸੰਸਥਾਵਾਂ ਨਾਲ ਸੰਬੰਧਿਤ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀ ਰਹੀ ਹੈ। ਡਾਕਟਰ ਗੈਰੀ ਡੀ ਯੰਗ, ਹਿਊਮੈਨਿਸਟ ਇਨ ਕੈਨੇਡਾ 'ਚ ਲਿਖਦੇ ਹਨ, ਰੀਨੇ ਸਭ ਤੋਂ ਵੱਧ ਧੋਖੇਬਾਜ਼ ਹੈ। ਉਹਦਾ ਰੈਸ਼ਨਲਿਸਟ ਐਸੋਸੀਏਸ਼ਨ ਆਫ ਸ੍ਰੀਲੰਕਾ ਦੇ ਪ੍ਰਧਾਨ ਡਾਕਟਰ ਅਬਰਾਹਮ ਟੀ ਕੈਵੂਰ ਵੱਲੋਂ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਜਾ ਚੁੱਕਾ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਜੋ ਕਿ ਮਨੁੱਖੀ ਗਿਆਨ ਦਾ ਇੱਕ ਭੰਡਾਰ ਹੈ, ESP ਪਰਖਾਂ 'ਚ ਰਹਿ ਜਾਂਦੀਆਂ ਗਲਤੀਆਂ ਨੂੰ ਦਰਸਾਉਣ ਲਈ 6 ਸੈਕਸ਼ਨ ਦਿੰਦਾ ਹੈ। ਇਸ ਵਿੱਚੋਂ ਹੇਠਲੇ 6 ਨੁਕਤੇ ਧਿਆਨਯੋਗ ਹਨ। ਪਹਿਲਾ, ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੰਨੀ ਦੇਰ ਤੱਕ ਪੜਤਾਲਾਂ ਸੰਬੰਧੀ ਸੂਚਨਾ ਆਮ ਨਹੀਂ ਹੋ ਜਾਂਦੀ, ਧੋਖਾ ਹੁੰਦਾ ਰਹੇਗਾ। ਦੂਸਰਾ, ਜਦੋਂ ਤੋਂ ਰੀਨੇ ਦੀ ਪ੍ਰਯੋਗਸ਼ਾਲਾ ਨੂੰ ਡਿਊਕ ਯੂਨੀਵਰਸਿਟੀ ਤੋਂ ਵੱਖ ਕੀਤਾ ਗਿਆ, ਨਵੇਂ ਵੱਧ ਮਾਰਕੇ ਵਾਲੇ ਮਾਧਿਅਮਾਂ ਬਾਰੇ ਕੋਈ ਸੂਚਨਾ ਨਹੀਂ ਮਿਲਦੀ। ਤੀਸਰਾ, ਅਮਰੀਕੀ ਮਨੋਚਿਕਿਤਸਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਮਾਨਸਿਕ ਵਰਤਾਰਿਆਂ ਨੂੰ ਇੱਕ ਅਸਲੀਅਤ ਨਹੀਂ ਮੰਨਦੀ। ਚੌਥਾ, ਪਰਾ ਮਨੋਵਿਗਿਆਨਕ ਲਹਿਰ ਦੇ ਅੰਦਰ ਵੀ ਪਰਾ ਸਾਧਾਰਨ ਵਰਤਾਰਿਆਂ ਦੀ ਉਚਿਤਤਾ ਨੂੰ ਸਥਾਪਿਤ ਕਰਨ ਲਈ ਨਿਯਮਾਂ ਸੰਬੰਧੀ ਮਤਭੇਦ ਹਨ। ਪੰਜਵਾਂ, ਕਈ ਵਿਗਿਆਨੀ ਮਾਨਸਿਕ ਸ਼ਕਤੀਆਂ ਦੀ ਖੋਜ ਸੰਬੰਧੀ ਅੰਕੜਿਆਂ ਵਾਲੇ ਢੰਗ ਤੋਂ ਪ੍ਰਭਾਵਿਤ ਨਹੀਂ ਹਨ ਤੇ ਉਹਨੂੰ ਘਿਰਨਾ ਕਰਦੇ ਹਨ। ਛੇਵਾਂ, ਟੈਲੀਪੈਥੀ ਤੇ ਦੂਰ ਦੁਰਾਡੇ ਦੀਆਂ ਘਟਨਾਵਾਂ ਬਿਨਾਂ ਅੱਖ ਦੇ ਵੇਖਣ ਦੀ ਸ਼ਕਤੀ ਬਾਰੇ ਅਖੌਤੀ ਮਹੱਤਵਪੂਰਨ ਦਾਅਵੇ ਉਪਚੇਤਨ ਅਵਸਥਾ 'ਚ ਇੰਦਰਿਆਵੀ ਉਤੇਜਨਾ ਕਾਰਨ ਹੋਏ ਮੰਨੇ ਜਾਂਦੇ ਹਨ। 1930 ਦੀਆਂ ਪਹਿਲੀਆਂ ਰਿਪੋਰਟਾਂ ਦੇ ਕਈ ਵਰ੍ਹੇ ਬਾਅਦ ਵੀ ਇਹ ਨੁਕਸ ਜਿਉਂ ਦੇ ਤਿਉਂ ਬਰਕਰਾਰ ਰਹੇ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਹਵਾਲੇ ਦਰਸਾਉਂਦੇ ਹਨ,
ਪ੍ਰਸਿੱਧ ਵਿਗਿਆਨ ਅੱਜ ESP ਤੇ PSI ਬਾਰੇ ਕੀ ਸੋਚਦੇ ਹਨ? ਐਨਸਾਈਕਲੋਪੀਡੀਆ ਆਫ ਸਾਈਕੋਲੋਜੀ। PSI ਦਾ ਰੁਤਬਾ ਅਜੇ ਵੀ ਵਾਦ ਵਿਵਾਦ ਵਾਲਾ ਹੀ ਹੈ। ਪੈਰਾਨੋਰਮਲ ਵਰਤਾਰਿਆਂ ਦੀ ਹੋਂਦ ਬਾਰੇ ਤੇ ਮਨੋਵਿਗਿਆਨ ਦੇ ਇਸ ਨਾਲ ਸੰਬੰਧਾਂ ਬਾਰੇ ਅਜੇ ਵੀ ਵਿਗਿਆਨੀ ਬਹੁਤ ਬੁਰੀ ਤਰ੍ਹਾਂ ਵੰਡੇ ਹੋਏ ਹਨ। ਕਈ ਅਜਿਹੇ ਹਨ ਜਿਹੜੇ ਮਨੋਵਿਗਿਆਨ ਨੂੰ ਕੋਈ ਵੀ ਕਾਰਜ ਦੇਣ ਤੋਂ ਕਤਰਾਉਂਦੇ ਹਨ, ਸਿਵਾਏ ਧੋਖਾ ਭਰਪੂਰ ਫਰੇਬਾਂ ਨੂੰ ਨੰਗਾ ਕਰਨ ਦੇ ਕਾਰਜ ਦੇ। ਕਈ ਹੋਰ ਅਜਿਹੇ ਹਨ ਜਿਹੜੇ ਇਹ ਆਖਦੇ ਹਨ ਕਿ ਇਹਦਾ ਮਨੁੱਖ ਤੇ ਪ੍ਰਕਿਰਤੀ ਨੂੰ ਸਮਝਣ 'ਚ ਮਹੱਤਵ ਹੀ ਕਾਫੀ ਹੈ। ਵਿਗਿਆਨ ਤੇ ਮਨੋਵਿਗਿਆਨ ਨਾਲੋਂ PSI ਨੂੰ ਨਿਖੇੜਨ ਵਾਸਤੇ 3 ਨੁਕਤੇ ਵਰਣਨਯੋਗ ਹਨ। ਪਹਿਲਾ, ਇਹ ਅਜਿਹੇ ਤਜਰਬੇ ਨਹੀਂ ਦੇ ਸਕੀ ਜਿਨ੍ਹਾਂ ਬਿਨਾਂ ਕਿਸੇ ਸੰਦੇਹ ਦੇ ਦੁਹਰਾਇਆ ਜਾ ਸਕੇ। ਦੂਸਰਾ, ਇਹਦੇ ਦਾਅਵਿਆਂ ਨੂੰ ਵਧਾ ਚੜ੍ਹਾ ਕੇ ਵਿਖਾਇਆ ਗਿਆ। ਤੀਸਰਾ, PSI ਕੋਲ ਇੱਕ ਰੂਪ ਸਿਧਾਂਤ ਦੀ ਘਾਟ ਹੈ। ਸਿੱਟੇ ਵਜੋਂ ਇਹਦੀਆਂ ਲੱਭਤਾਂ ਨੂੰ ਕਿਸੇ ਵੀ ਪ੍ਰਮਾਣਿਤ ਵਿਗਿਆਨਕ ਸੰਸਥਾ ਵੱਲੋਂ ਪ੍ਰਕਾਸ਼ਿਤ ਨਹੀਂ ਕੀਤਾ ਗਿਆ। ਨਿਊ ਐਨਸਾਈਕਲੋਪੀਡੀਆ ਆਫ ਫੰਕ ਐਂਡ ਵੈਗਨਾਲ। ਭਾਵੇਂ ਮਨੋਵਿਗਿਆਨੀ ਆਪਣੇ ਨਿਰੀਖਣਾਂ ਤੇ ਤਜਰਬਿਆਂ 'ਚ ਨਵੀਆਂ ਵਿਗਿਆਨਕ ਵਿਧੀਆਂ ਦੀ ਵਰਤੋਂ ਕਰਦੇ ਹਨ, ਪਰ ਫਿਰ ਵੀ ਇੱਕ ਨੁਕਸ ਰਹਿ ਜਾਂਦਾ ਹੈ। ਉਹਨਾਂ ਦੇ ਤਜਰਬੇ ਮੁੜ ਦੁਹਰਾਏ ਨਹੀਂ ਜਾਂਦੇ। ਜਿਹੜੇ ਮਾਧਿਅਮ ਉੱਪਰ ਤਜਰਬੇ ਕਰਕੇ ਦਾਅਵੇ ਕੀਤੇ ਗਏ ਹੁੰਦੇ ਹੈ, ਜਦੋਂ ਉਸੇ ਮਾਧਿਅਮ ਉੱਪਰ ਮੁੜ ਤਜਰਬੇ ਕੀਤੇ ਜਾਂਦੇ ਆ ਤਾਂ ਉਹਦੀਆਂ ਪ੍ਰਾਪਤੀਆਂ ਹਰ ਵਾਰੀ ਘੱਟ ਹੁੰਦੀਆਂ ਜਾਂਦੀਆਂ, ਅੰਤ ਨੂੰ ਸਬੱਬੀ ਮੇਲ ਤੱਕ ਜਾ ਡਿੱਗਦੀਆਂ। ਇਸ ਕਰਕੇ ਬਹੁਤ ਸਾਰੇ ਵਿਗਿਆਨੀ ਮਨੋਵਿਗਿਆਨ ਦੀਆਂ ਲੱਭਤਾਂ ਨੂੰ ਗੈਰ ਵਿਗਿਆਨਕ ਸਮਝਦੇ ਰੱਦ ਕਰ ਦਿੰਦੇ। PSI ਵਰਤਾਰਿਆਂ ਸੰਬੰਧੀ ਮਨੋਵਿਗਿਆਨੀ ਦਾਅਵਾ ਕਰਦੇ ਹੈ ਕਿ ਇਹ ਕਾਰਜਕਾਰਨੀ ਸਿਧਾਂਤ ਦੇ ਅਧੀਨ ਨਹੀਂ ਵਾਪਰਦੇ, ਪਰ ਕਾਰਜਕਾਰਨੀ ਸਿਧਾਂਤ ਵਿਗਿਆਨਕ ਖੋਜਾਂ ਤੇ ਲੱਭਤਾਂ ਦਾ ਮਹੱਤਵਪੂਰਨ ਅੰਗ ਹੈ। ਭਾਵੇਂ ਮਨੋਵਿਗਿਆਨੀ ਆਪਣੇ ਇਸ ਖੇਤਰ ਵਿਚਲੇ ਦਾਅਵਿਆਂ ਨੂੰ ਕੁਐਂਟਮ ਫਿਜ਼ਿਕਸ ਦੇ ਤਜਰਬਿਆਂ ਦੀਆਂ ਦਲੀਲ ਦੇ ਕੇ ਸਹੀ ਠਹਿਰਾਉਣ ਦੇ ਯਤਨ ਕਰਦੇ ਹਨ, ਪਰ ਕਾਰਨ ਸਿਧਾਂਤ ਨਾਲ ਪੈਦਾ ਹੋਈ ਸਵੈ ਵਿਰੋਧਤਾਈ ਜਿਹਨੂੰ ਵਿਗਿਆਨਕ ਦਰਜਾ ਦੇਣ 'ਚ ਅੜਚਨ ਪੈਦਾ ਕਰਦੀ ਹੈ। ਭਾਵੇਂ ਸਧਾਰਨ ਵਰਤਾਰਿਆਂ ਦੀ ਖੋਜ 'ਚ ਬਹੁਤ ਸਾਰੇ ਵਿਗਿਆਨੀ ਰੁੱਝੇ ਹੋਏ ਹਨ ਤੇ ਵਧੀਆ ਪ੍ਰਯੋਗਸ਼ਾਲਾ ਵੀ ਸਥਾਪਿਤ ਕਰ ਲਈਆਂ ਗਈਆਂ ਹਨ, ਪਰ ਇੰਨੇ ਲੰਮੇ ਸਮੇਂ ਦੀ ਰਿਸਰਚ ਦੇ ਬਾਅਦ ਵੀ ਅਜੇ ਤੱਕ ਕਿਸੇ ਸਿਧਾਂਤਕ ਸਮਝ ਬਣਨ ਦੇ ਆਧਾਰ ਮੱਧਮ ਹੀ ਵਿਖਾਈ ਦਿੰਦੇ ਹੈ। ਬੇਸ਼ੱਕ ਆਰੰਭ ਵਿੱਚ ਮਨੋਵਿਗਿਆਨ ਸੰਬੰਧੀ ਬਹੁਤ ਵੱਡੀਆਂ ਆਸਾਂ ਲਾਈਆਂ ਗਈਆਂ, ਆਪਣੇ ਪੂਰੇ ਯਤਨਾਂ ਦੇ ਬਾਵਜੂਦ ਵੀ ਡਾਕਟਰ ਰੀਨੇ ਇਹਨੂੰ ਮਾਣਯੋਗ ਸਥਾਨ ਨਹੀਂ ਦਿਵਾ ਸਕਿਆ। ਇਸ ਸੰਬੰਧੀ ਬਹੁਤ ਸਾਰੇ ਸ਼ੰਕੇ ਉਤਪੰਨ ਹੋ ਗਏ ਸੀ ਤੇ ਵਿਗਿਆਨਕ ਵਿਆਖਿਆ ਦੀ ਮੰਗ ਵੱਧ ਗਈ। ਡਿਊਕ ਯੂਨੀਵਰਸਿਟੀ ਨੇ ਆਪਣੀ ਮਨੋਵਿਗਿਆਨ ਦੀ ਯੂਨਿਟ ਹੀ ਤੋੜ ਦਿੱਤੀ ਤੇ ਡਾਕਟਰ ਰੀਨੇ ਦੀ ਰਿਸਰਚ ਨੂੰ ਰੋਕ ਦਿੱਤਾ। ਯੂਨੀਵਰਸਿਟੀ ਨੇ ਮਨੋਵਿਗਿਆਨ ਨੂੰ ਗੰਭੀਰ ਅਧਿਐਨ ਦੇ ਵਿਸ਼ੇ ਵਜੋਂ ਸਵੀਕਾਰ ਹੀ ਨਹੀਂ ਕੀਤਾ। ਰੀਨੇ ਦੇ ਡਰਹਮ ਵਿਖੇ ਇੱਕ ਪ੍ਰਾਈਵੇਟ ਅਦਾਰੇ ਦੀ ਸਹਾਇਤਾ ਨਾਲ ਬਾਹਰ ਇੱਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ। 1974 ਅਗਸਤ ਵਿੱਚ ਤਾਂ ਮਾਨੋ ਬਿਜਲੀ ਡਿੱਗ ਪਈ। ਇੰਸਟੀਚਿਊਟ ਦੇ ਡਾਇਰੈਕਟਰ ਵਾਲਟਰ ਲੈਬ ਨੇ ਸਾਰੇ ਤਜਰਬਿਆਂ ਦੇ ਅੰਕੜਿਆਂ ਤੇ ਸਮੱਗਰੀ ਨੂੰ ਝੂਠਾ ਆਖ ਦਿੱਤਾ। ਲੈਬ ਆਪਣੇ ਮਾਧਿਅਮਾਂ ਦੇ 54% ਨਤੀਜੇ ਦੱਸਦਾ ਸੀ। ਇਸ ਤੇ ਉਹਦੇ ਸਹਿਯੋਗੀਆਂ ਨੂੰ ਸ਼ੱਕ ਹੋ ਗਿਆ। ਜਦੋਂ ਮੁੜ ਪਰਖ ਕੀਤੀ ਗਈ ਤਾਂ ਇਹ ਅੰਕ 50% ਰਹਿ ਗਿਆ। ਲੈਬ ਨੇ ਮੰਨਿਆ ਕਿ ਇਹ ਤਾਂ ਧੋਖਾ ਹੀ ਸੀ ਤੇ ਉਹ ਮਸ਼ੀਨ ਦੀਆਂ ਤਾਰਾਂ ਨੂੰ ਹਿਲਾ ਦਿਆ ਕਰਦਾ ਸੀ। ਲੈਬ ਦੇ ਇਸ ਇਕਬਾਲ ਨਾਲ ਡਾਕਟਰ ਰੀਨੇ ਫਿਰ ਦੁਬਿਧਾ 'ਚ ਫਸ ਗਿਆ ਸੀ। ਵਿਗਿਆਨੀ ਧੋਖਾ ਕਿਉਂ ਦਿੰਦੇ ਹਨ? ਕੀ ਉਹਨਾਂ ਦੀ ਨੈਤਿਕਤਾ 'ਚ ਕੋਈ ਉਣਤਾਈ ਹੁੰਦੀ ਹੈ ਜਾਂ ਇਹ ਸਿਰਫ ਮਸ਼ਹੂਰੀ ਲਈ ਕੀਤਾ ਜਾਂਦਾ ਹੈ? ਵਾਲਟਰ ਲੈਬ ਨੇ ਇਸ ਦਾ ਦੋਸ਼ ਉੱਪਰੋਂ ਬਹੁਤ ਹੀ ਵੱਧ ਦਬਾਅ ਕੇ ਸਿੱਟੇ ਵਿਖਾਏ ਜਾਣ ਉੱਤੇ ਸੁੱਟ ਕੇ ਆਪਣਾ ਖਹਿੜਾ ਛੁਡਾਇਆ। ਸਾਇੰਸ ਟੂਡੇ ਨਵੰਬਰ 1974। JB ਰੀਨੇ ਦੇ ਤਜਰਬੇ। ਰਿਚਮੌਂਡ ਵਰਜੀਨੀਆ ਵਿਖੇ ਇੱਕ ਔਰਤ CD ਫੋਡਾ ਦੀ ਇੱਕ ਘੋੜੀ ਰੱਖੀ ਹੁੰਦੀ ਸੀ ਜਿਹਦਾ ਨਾਂ ਸੀ ਲੇਡੀ ਵੰਡਰ। ਇਹ ਦਾਅਵਾ ਕੀਤਾ ਜਾਂਦਾ ਸੀ ਕਿ ਘੋੜੀ ਮਾਨਸਿਕ ਸ਼ਕਤੀਆਂ ਦੀ ਮਾਲਕ ਹੈ। ਇੱਕ ਮੈਗਜ਼ੀਨ ਐਬਨੋਰਮਲ ਐਂਡ ਸੋਸ਼ਲ ਸਾਈਕੋਲੋਜੀ ਦੀ ਜਿਲਦ 23 1929 ਪੰਨੇ 449 466 ਉੱਤੇ ਇੱਕ ਆਰਟੀਕਲ ਛਪਿਆ, ਮਨ ਦੀਆਂ ਗੱਲਾਂ ਬੁੱਝਣ ਵਾਲੀ ਘੋੜੀ ਦੀ ਪੜਤਾਲ। ਇਹ ਆਰਟੀਕਲ ਰੀਨੇ ਤੇ ਡਾਕਟਰ ਲੁਈਸਾ ਰੀਨੇ ਡਿਊਕ ਯੂਨੀਵਰਸਿਟੀ ਵੱਲੋਂ ਸੀ। ਪ੍ਰਯੋਗ ਵਾਲਾ ਜਾਨਵਰ 3 ਸਾਲ ਦੀ ਇੱਕ ਘੋੜੀ ਹੈ ਜਿਹਦਾ ਨਾਂ ਲੇਡੀ ਵੰਡਰ ਹੈ। ਇਹਦੀ ਮਾਲਕਣ ਸ਼੍ਰੀਮਤੀ CD ਫੋਡਾ ਹੈ ਜੋ ਕਿ ਰਿਚਮੰਡ ਵਰਜੀਨੀਆ ਦੀ ਰਹਿਣ ਵਾਲੀ ਹੈ। ਰਿਪੋਰਟਾਂ ਮੁਤਾਬਕ ਘੋੜੀ ਭਵਿੱਖਬਾਣੀਆਂ ਕਰ ਸਕਦੀ ਸੀ, ਹਿਸਾਬ ਦੇ ਸਵਾਲ ਕੱਢ ਸਕਦੀ ਸੀ, ਸਵਾਲਾਂ ਦੇ ਜਵਾਬ ਦੇ ਸਕਦੀ ਸੀ,
ਜ਼ਰੂਰੀ ਗੱਲ ਇਹ ਕਿ ਪ੍ਰਸ਼ਨ ਪਹਿਲਾਂ ਸ਼੍ਰੀਮਤੀ ਫੌਂਡਾ ਨੂੰ ਵਿਖਾਉਣਾ ਪੈਂਦਾ ਸੀ। ਸ਼੍ਰੀਮਤੀ ਫੌਂਡਾ ਅਨੁਸਾਰ ਘੋੜੀ 'ਚ ਮਨ ਨੂੰ ਪੜ੍ਹਨ ਦੀ ਸਮਰੱਥਾ ਤੇ ਅਸਾਧਾਰਨ ਬੁੱਧੀ ਦੀ ਮਿਲੀ ਜੁਲੀ ਸ਼ਕਤੀ ਸੀ। ਸਾਡੇ ਤਜਰਬੇ 3 ਦਸੰਬਰ 1927 ਤੋਂ ਸ਼ੁਰੂ ਹੋ ਕੇ 15 ਜਨਵਰੀ 1928 ਨੂੰ ਖਤਮ ਹੋਏ। ਇਸ ਸਮੇਂ ਦੌਰਾਨ ਸਿਰਫ 6 ਦਿਨ ਹੀ ਜਾਂਚ ਪੜਤਾਲ ਕੀਤੀ ਗਈ। ਇਹ ਤਜਰਬੇ ਸ਼੍ਰੀਮਤੀ ਫੌਂਡਾ ਦੇ ਘਰ 'ਚ 9x12 ਦੇ ਤੰਬੂ 'ਚ ਕੀਤੇ ਗਏ। ਪ੍ਰੋਫੈਸਰ ਵਿਲੀਅਮ ਮਕਡੂਗਲ ਉੱਥੇ ਹਾਜ਼ਰ ਸਨ। ਉਹਨਾਂ ਨੇ ਪ੍ਰਯੋਗਾਂ ਵਿੱਚ 2 ਦਿਨ ਭਾਗ ਲਿਆ। ਸਕੂਲਾਂ ਦੇ ਸਹਾਇਕ ਸੁਪਰਡੈਂਟ ਸ਼੍ਰੀਮਤੀ ਜੌਨ ਡਾਕਟਰ ਥਾਮਸ ਨੇ 1 ਦਿਨ ਭਾਗ ਲਿਆ। ਇਹਨਾਂ ਤੋਂ ਬਿਨਾਂ ਸ਼੍ਰੀਮਤੀ ਫੌਂਡਾ, ਡਾਕਟਰ ਬੀ ਰੀਨੇ ਤੇ ਡਾਕਟਰ ਲੁਈਜ਼ਾਈ ਰਹੀਨ ਵੀ ਸ਼ਾਮਲ ਸਨ। ਡਾਕਟਰ ਰਹੀਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਲੇਡੀ ਵੰਡਰ ਦੇ ਤੇ ਟੈਲੀਪੈਥੀ ਰਾਹੀਂ 6 ਦਿਨ ਤੱਕ ਪ੍ਰਯੋਗ ਕੀਤੇ। ਸਾਰੇ ਮਸਲੇ ਨੂੰ 1 ਸਾਲ ਵਿਚਾਰਨ ਤੋਂ ਬਾਅਦ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਡਾਕਟਰ ਰੀਨੇ ਨੇ ਜੋ ਕੁਝ ਲਿਖਿਆ ਉਹਦਾ ਭਾਵ ਇਹ ਸੀ ਕਿ ਡਿਊਕ ਯੂਨੀਵਰਸਿਟੀ ਦੇ ਮਨੋਵਿਗਿਆਨ ਡਿਪਾਰਟਮੈਂਟ ਦੇ ਵਿਗਿਆਨਕ ਇਸ ਨਤੀਜੇ ਤੇ ਪੁੱਜੇ ਕਿ ਸ਼੍ਰੀਮਤੀ ਫੌਂਡਾ ਦੀ ਘੋੜੇ 'ਚ ਮਨ ਦੀਆਂ ਗੱਲਾਂ ਨੂੰ ਪੜ੍ਹਨ ਦੀ ਸ਼ਕਤੀ ਹੈ। ਡਾਕਟਰ ਰੀਨੇ ਦੀ ਕਿਰਪਾ ਨਾਲ ਲੇਡੀ ਵੰਡਰ ਨਾਂ ਦੀ ਘੋੜੀ ਬਿਨਾਂ ਦੌੜਨ ਤੋਂ ਹੀ ਦੁਨੀਆ ਦੀ ਇੱਕ ਪ੍ਰਸਿੱਧ ਘੋੜੀ ਬਣ ਗਈ। ਇਹਨੇ ਆਪਣੀ ਮਾਲਕਨ ਦੀ ਕਿਸਮਤ ਵੀ ਚਮਕਾ ਦਿੱਤੀ। ਲੇਡੀ ਵੰਡਰ ਦੀ ਇਹ ਅਨੋਖੀ ਕਹਾਣੀ ਲਾਈਫ ਮੈਗਜ਼ੀਨ ਸਮੇਤ ਹੋਰ ਕਿੰਨੇ ਰਸਾਲਿਆਂ ਤੇ ਅਖਬਾਰਾਂ 'ਚ ਛਪੀ। ਚੈਲੰਜ ਨਾਂ ਦੇ ਇੱਕ ਰਸਾਲੇ ਦੇ ਜੁਲਾਈ 1936 ਦੇ ਅੰਕ 'ਚ ਲੇਡੀ ਵੰਡਰ ਦਾ ਇੱਕ ਛੋਟੇ ਲੜਕੇ ਦੀ ਲਾਸ਼ ਨੂੰ ਲੱਭਣ 'ਚ ਪੁਲਿਸ ਦੀ ਸਹਾਇਤਾ ਕਰਨ ਲਈ ਧੰਨਵਾਦ ਵੀ ਕੀਤਾ ਗਿਆ। ਇੱਕ ਅੰਦਾਜ਼ੇ ਅਨੁਸਾਰ ਡਾਕਟਰ ਰੀਨੇ ਦੀ ਖੋਜ ਤੋਂ ਬਾਅਦ ਲੇਡੀ ਵੰਡਰ ਕੋਲ 15,000 ਵਿਅਕਤੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਏ। ਲੇਡੀ ਵੰਡਰ ਦੀ ਪ੍ਰਸਿੱਧੀ ਦੀ ਖਬਰ ਜਿਉਂ ਹੀ ਨਿਊ ਜਰਸੀ ਵਿਖੇ ਪ੍ਰੋਫੈਸਰ ਜੌਨ ਸਕਾਰਨੀ ਕੋਲ ਪਹੁੰਚੀ ਤਾਂ ਉਹਨੇ ਖੁਦ ਇੱਕ ਮਾਮਲੇ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਇੱਕ ਦਿਨ ਦੁਪਹਿਰ ਤੋਂ ਬਾਅਦ ਪ੍ਰੋਫੈਸਰ ਸਕਾਰਨੀ ਆਪਣੀ ਸਾਥੀ ਡੋਨਾਲਡ ਗ੍ਰੇ ਨੂੰ ਲੈ ਕੇ ਸ਼੍ਰੀਮਤੀ ਫੌਂਡਾ ਦੇ ਫਾਰਮ ਵਿਖੇ ਪਹੁੰਚਿਆ। ਉਹਨਾਂ ਨੂੰ ਕੁਝ ਦੇਰ ਤੱਕ ਇੰਤਜ਼ਾਰ ਕਰਨਾ ਪਿਆ ਕਿਉਂਕਿ ਉੱਥੇ ਲੋਕਾਂ ਦੀ ਵੱਡੀ ਭੀੜ ਜਮ੍ਹਾਂ ਸੀ ਜੋ ਕਿ ਆਪਣਾ ਮਨ ਪੜਵਾਉਣ ਲਈ ਆਏ ਸਨ। ਜਿਉਂ ਹੀ ਭੀੜ ਘਟੀ ਉਸ ਤੰਬੂ 'ਚ ਦਾਖਲ ਹੋਏ ਜਿੱਥੇ ਸ਼੍ਰੀਮਤੀ ਫੌਂਡਾ ਤੇ ਲੇਡੀ ਵੰਡਰ ਮੌਜੂਦ ਸਨ। ਲੇਡੀ ਵੰਡਰ ਇੱਕ ਮੇਜ਼ ਦੇ ਸਾਹਮਣੇ ਖੜੀ ਸੀ। ਇਸ ਮੇਜ਼ ਉੱਤੇ ਲੱਕੜੀ ਦੇ ਘਣ ਇੱਕ ਕਤਾਰ 'ਚ ਰੱਖੇ ਸਨ ਜਿਨ੍ਹਾਂ ਉੱਪਰ ਅੰਗਰੇਜ਼ੀ ਦੀ ABC ਲਿਖੀ ਸੀ। ਸ਼੍ਰੀਮਤੀ ਫੌਂਡਾ ਨੇ ਦੱਸਿਆ ਲੇਡੀ ਵੰਡਰ ਮਨ ਨੂੰ ਪੜ੍ਹਨ ਤੋਂ ਬਾਅਦ ਇਹਨਾਂ ਅੱਖਰਾਂ ਦੁਆਰਾ ਪ੍ਰਸ਼ਨਾਂ ਦੇ ਉੱਤਰ ਦਿੰਦੀ ਹੈ। ਉਹਨੇ ਦੱਸਿਆ ਕਿ ਘੋੜੀ ਆਪਣੇ ਨੱਕ ਨਾਲ ਅੱਖਰਾਂ ਨੂੰ ਛੂੰਹਦੀ ਜਾਏਗੀ ਤੇ ਇਸ ਤਰ੍ਹਾਂ ਉੱਤਰ ਦੇ ਪੂਰੇ ਸਪੈਲਿੰਗ ਬਣ ਜਾਣਗੇ। ਪ੍ਰੋਫੈਸਰ ਸਕਾਰਨੇ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਉਸ ਪੁਲਿਸ ਅਫਸਰ ਵੱਲ ਧਿਆਨ ਦੇਣ ਲੱਗਾ ਜੋ ਲੇਡੀ ਵੰਡਰ ਨੂੰ ਸਵਾਲ ਪੁੱਛ ਰਿਹਾ ਸੀ। ਇਹ ਪੁਲਿਸ ਅਫਸਰ ਸ਼ਿਕਾਗੋ ਤੋਂ ਇੱਕ ਬੈਂਕ ਡਕੈਤੀ ਦੇ ਸਬੰਧ 'ਚ ਪੁੱਛ ਲੈਣ ਆਇਆ ਸੀ। ਉਹਨੇ ਘੋੜੀ ਨੂੰ ਪੁੱਛਿਆ, ਲੇਡੀ ਕੀ ਤੂੰ ਜਾਣਦੀ ਹੈ ਮੈਂ ਕਿਉਂ ਆਇਆ? ਲੇਡੀ ਵੰਡਰ ਨੇ ਆਪਣੇ ਨੱਕ ਨਾਲ YES ਅੱਖਰ ਛੂਹ ਦਿੱਤੇ। ਪੁਲਿਸ ਅਫਸਰ ਨੇ ਭਾਵੁਕ ਹੋ ਕੇ ਫਿਰ ਪੁੱਛਿਆ, ਲੇਡੀ ਵੰਡਰ ਮੈਂ ਇਸ ਮਾਮਲੇ ਨੂੰ ਕਿਵੇਂ ਹੱਲ ਕਰਾਂਗਾ? ਲੇਡੀ ਵੰਡਰ ਨੇ ਫਿਰ ਆਪਣੇ ਨੱਕ ਨਾਲ WORK ਅੱਖਰਾਂ ਨੂੰ ਛੂਹ ਦਿੱਤਾ। ਫਿਰ ਪੁਲਿਸ ਅਫਸਰ ਨੇ ਖਿਮਾ ਮੰਗਦੇ ਕਿਹਾ, ਲੇਡੀ ਮੈਨੂੰ ਅਫਸੋਸ ਹੈ ਕਿ ਮੈਂ ਤੈਥੋਂ ਬਹੁਤ ਸਵਾਲ ਪੁੱਛ ਰਿਹਾ, ਕਿਰਪਾ ਕਰਕੇ ਦੱਸੋ ਇਸ ਵਾਲੇ ਡਾਕੂ ਕਿੱਥੇ ਹਨ? ਘੋੜੀ ਨੇ ਸ਼ਿਕਾਗੋ ਸ਼ਬਦ ਬਣਾਉਣ ਲਈ ਕਰਮਵਾਰ CHI ਅੱਖਰਾਂ ਨੂੰ ਆਪਣੇ ਨੱਕ ਨਾਲ ਛੂਹ ਦਿੱਤਾ, ਪਰ ਉਹ ਸ਼ਬਦ ਨੂੰ ਪੂਰਾ ਨਾ ਕਰ ਸਕੇ ਕਿਉਂਕਿ ਇਸ ਸ਼ਬਦ ਵਿੱਚ C ਦੀ ਵਰਤੋਂ 2 ਵਾਰ ਹੁੰਦੀ ਸੀ। ਇਹਦਾ ਮਤਲਬ ਸੀ ਕਿ ਸ਼੍ਰੀਮਤੀ ਫੌਂਡਾ ਨੂੰ ਇਹ ਸਥਿਤੀ ਸੰਭਾਲਣ ਲਈ ਉੱਥੇ ਆਉਣਾ ਪੈਣਾ ਸੀ, ਪਰ ਉਹ ਆਪਣੀ ਆਦਤ ਅਨੁਸਾਰ ਕਦੇ ਵੀ ਘੋੜੀ ਦੇ ਸਾਹਮਣੇ ਨਹੀਂ ਆਉਂਦੀ ਸੀ। ਪੁਲਿਸ ਅਫਸਰ ਨੇ ਘੋੜੀ ਦਾ ਧੰਨਵਾਦ ਕੀਤਾ ਤੇ ਚਲਾ ਗਿਆ। ਸ਼੍ਰੀਮਤੀ ਫੌਂਡਾ ਨੇ ਫਿਰ ਪ੍ਰੋਫੈਸਰ ਸਕਾਰਨੇ ਨੂੰ ਸਵਾਲ ਪੁੱਛਣ ਲਈ ਕਿਹਾ। ਸਕਾਰਨੇ ਨੇ ਕਿਹਾ, ਉਹ ਕਿਸ ਢੰਗ ਨਾਲ ਪੁੱਛੇ? ਸਕਾਰਨੇ ਨੇ ਆਖਿਆ ਕਿ ਉਹ ਕਿਸ ਢੰਗ ਨਾਲ ਪੁੱਛੇ? ਸ਼੍ਰੀਮਤੀ ਫੌਂਡਾ ਨੇ ਕਿਹਾ ਕਿ ਤੁਸੀਂ ਕਹੋ ਲੇਡੀ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੈਂ ਇੱਥੇ ਕਿਵੇਂ ਆਇਆ? ਸਕਾਰਨੇ ਨੇ ਉਸੇ ਤਰ੍ਹਾਂ ਪੁੱਛਿਆ। ਲੇਡੀ ਵੰਡਰ ਨੇ ਕਰਮਵਾਰ CAR ਅੱਖਰਾਂ ਨੂੰ ਆਪਦੇ ਨੱਕ ਨਾਲ ਛੂਹ ਕੇ ਮੇਰੇ ਸਵਾਲ ਦਾ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਪ੍ਰੋਫੈਸਰ ਸਕਾਰਨੇ ਸ਼੍ਰੀਮਤੀ ਫੌਂਡਾ ਵੱਲ ਮੁੜਿਆ ਤੇ ਬੋਲਿਆ, ਬੜੀ ਅਜੀਬ ਗੱਲ ਹੈ, ਮੇਰੇ ਕੋਲ ਇੱਕ ਸਵਾਲ ਹੈ ਪਰ ਮੈਂ ਇਹ ਤੁਹਾਨੂੰ ਦੱਸੇ ਬਗੈਰ ਹੀ ਘੋੜੀ ਤੋਂ ਪੁੱਛਣਾ ਚਾਹੁੰਦਾ, ਮੈਂ ਕਿਵੇਂ ਕਰਾਂ? ਸ਼੍ਰੀਮਤੀ ਫੌਂਡਾ ਇੱਕਦਮ ਘਬਰਾ ਗਈ। ਉਹਨੇ ਮੈਨੂੰ ਇੱਕ ਕਾਗਜ਼ ਤੇ ਇੱਕ ਪੈਨਸਿਲ ਦੇ ਕੇ ਉਸ ਉੱਪਰ ਸਵਾਲ ਲਿਖਣ ਲਈ ਕਿਹਾ। ਪ੍ਰੋਫੈਸਰ ਸਕਾਰਨੇ ਨੇ ਸਵਾਲ ਲਿਖ ਦਿੱਤਾ। ਸ਼੍ਰੀਮਤੀ ਫੌਂਡਾ ਨੂੰ ਦੇਖਣ ਦਾ ਮੌਕਾ ਨਾ ਦਿੱਤਾ। ਸ਼੍ਰੀਮਤੀ ਫੌਂਡਾ ਨਿਰਾਸ਼ ਹੋ ਗਈ। ਉਹਨੇ ਲੇਡੀ ਵੰਡਰ ਨੂੰ ਮੇਰੇ ਸਵਾਲ ਦਾ ਜਵਾਬ ਦੇਣ ਲਈ ਕਿਹਾ। ਘੋੜੀ ਨੇ ਕੋਈ ਜਵਾਬ ਨਾ ਦਿੱਤਾ। ਕੁਝ ਮਿੰਟ ਉਡੀਕਣ ਤੋਂ ਬਾਅਦ ਪ੍ਰੋਫੈਸਰ ਨੂੰ ਵਿਸ਼ਵਾਸ ਹੋ ਗਿਆ ਕਿ ਘੋੜੀ ਉਹਨਾਂ ਚਿਰ ਕੋਈ ਜਵਾਬ ਨਹੀਂ ਦੇਵੇਗੀ ਜਿੰਨਾ ਚਿਰ ਸ਼੍ਰੀਮਤੀ ਫੌਂਡਾ ਨੂੰ ਅਣਜਾਣੇ ਹੀ ਸਵਾਲ ਵੇਖਣ ਦਾ ਨਾ ਮੌਕਾ ਦਿੱਤਾ ਜਾਏ।
ਜਿਉਂ ਹੀ ਸਕਰਾਨੇ ਆਪਣੇ ਦੋਸਤਾਂ ਨਾਲ ਗੱਲ ਕਰਨ ਲਈ ਉੱਧਰ ਮੁੜਿਆ, ਉਹਨੇ ਕਾਗਜ਼ ਸ਼੍ਰੀਮਤੀ ਫੌਂਡਾ ਵੱਲ ਘੁਮਾ ਦਿੱਤਾ। ਉੱਤੇ ਲਿਖਿਆ ਸੀ, ਮੈਂ ਕਿੱਥੇ ਰਹਿੰਦਾ। ਸ਼੍ਰੀਮਤੀ ਫੌਂਡਾ ਨੇ ਸਵਾਲ ਪੜ੍ਹ ਲਿਆ। ਲੇਡੀ ਵੰਡਰ ਨੇ ਝਟਪਟ ਜਵਾਬ ਦੇ ਦਿੱਤਾ, ਨਿਊਯਾਰਕ। ਸਕਾਰਨੇ ਨੇ ਹੈਰਾਨ ਹੋ ਕੇ ਕਿਹਾ, ਬਹੁਤ ਅਜੀਬ ਗੱਲ ਹੈ। ਲੇਡੀ ਵੰਡਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਨਿਊਯਾਰਕ 'ਚ ਰਹਿੰਦਾ? ਅਸਲ 'ਚ ਸਕਾਰਨੇ ਨਿਊ ਜਰਸੀ ਵਿਖੇ ਰਹਿੰਦਾ ਸੀ। ਉਹਨੇ ਸ਼੍ਰੀਮਤੀ ਫੌਂਡਾ ਨੂੰ $5 ਫੀਸ ਵਜੋਂ ਦੇ ਦਿੱਤੇ ਤੇ ਆਪਣੇ ਮਿੱਤਰ ਨਾਲ ਵਾਪਸ ਚੱਲ ਪਿਆ। ਜਦੋਂ ਸਕਾਰਨੇ ਘਰ ਜਾ ਰਿਹਾ ਸੀ ਤਾਂ ਉਹ ਸੋਚਣੋਂ ਨਾ ਰਹਿ ਸਕਿਆ ਕਿ ਕਿਵੇਂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਇੱਕ ਘੋੜੀ ਦੀ ਖੇਡ ਦੁਆਰਾ ਮੂਰਖ ਬਣਾਇਆ ਗਿਆ। ਸਕਾਰਨੇ ਦੇ ਖਿਆਲ ਅਨੁਸਾਰ ਸ਼੍ਰੀਮਤੀ ਫੌਂਡਾ ਤੇ ਉਹਦੀ ਘੋੜੀ ਵਿੱਚ ਪ੍ਰੋਫੈਸਰ ਨੂੰ ਧੋਖਾ ਦੇਣ ਦਾ ਕੇਵਲ ਇੱਕੋ ਗੁਣ ਸੀ। ਸਕਾਰਨੇ ਨੇ ਘੋੜੀ ਦੁਆਰਾ ਠੀਕ ਸ਼ਬਦਾਂ ਨੂੰ ਨੱਕ ਨਾਲ ਛੂਹਣ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਕੀਤੀ। ਸ਼੍ਰੀਮਤੀ ਫੌਂਡਾ ਦੇ ਹੱਥ 'ਚ ਇੱਕ ਛੋਟਾ ਜਿਹਾ ਚਾਬੁਕ ਹੁੰਦਾ ਸੀ। ਇਸ ਚਾਬੁਕ ਨੂੰ ਹਿਲਾ ਕੇ ਘੋੜੀ ਨੂੰ ਇਸ਼ਾਰਾ ਕਰਦੀ ਸੀ। ਘੋੜੀ ਦੇ ਨੱਕ ਲਾਉਣ ਤੋਂ ਪਹਿਲਾਂ ਮੈਂ ਹਰ ਵਾਰੀ ਸ਼੍ਰੀਮਤੀ ਫੌਂਡਾ ਦਾ ਇਸ਼ਾਰਾ ਦੇਖਿਆ। ਇਸ ਢੰਗ ਨੇ ਮੈਨੂੰ ਵੀ ਉਲਝਣ 'ਚ ਪਾ ਦਿੱਤਾ ਹੁੰਦਾ ਜੇ ਮੈਨੂੰ ਇਸ ਗੱਲ ਦਾ ਪਤਾ ਨਾ ਹੁੰਦਾ ਕਿ ਘੋੜੀ ਦੀਆਂ ਅੱਖਾਂ ਉੱਭਰੀਆਂ ਹੋਣ ਕਰਕੇ ਉਸ ਵਿੱਚ ਪਿੱਛੇ ਵਾਲੀਆਂ ਚੀਜ਼ਾਂ ਵੇਖਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਮੈਨੂੰ ਇਸ ਗੱਲ ਦਾ ਪਤਾ ਲਗਾਉਣ 'ਚ ਕੋਈ ਮੁਸ਼ਕਿਲ ਨਾ ਆਈ। ਸ਼੍ਰੀਮਤੀ ਫੌਂਡਾ ਘੋੜੀ ਨੂੰ ਇਸ਼ਾਰਾ ਦੇਣ ਲਈ ਉਹਦੇ 2 ਫੁੱਟ ਪਿੱਛੇ ਤੇ ਸਿਰ ਦੇ 60 ਡਿਗਰੀ ਕੋਣ ਤੇ ਖੜੀ ਹੋ ਜਾਂਦੀ ਸੀ। ਪਹਿਲਾ ਇਸ਼ਾਰਾ ਘੋੜੀ ਨੂੰ ਆਪਣਾ ਸਿਰ ਅੱਖਰ ਤੇ ਕੁਝ ਇੰਚ ਕੋਲ ਲਿਆਉਣ ਦਾ ਸੀ। ਦੂਜਾ ਇਸ਼ਾਰਾ ਅੱਖਰ ਦੇ ਅੱਗੇ ਪਿੱਛੇ ਜਾਣ ਦਾ ਸੀ। ਤੀਜਾ ਇਸ਼ਾਰਾ ਠੀਕ ਅੱਖਰ ਦੇ ਉੱਪਰ ਨੱਕ ਲਾਉਣ ਦਾ ਸੀ। ਮੈਨੂੰ ਇਸ ਗੱਲ ਤੋਂ ਕੋਈ ਹੈਰਾਨੀ ਨਹੀਂ ਸੀ ਕਿ ਚਲਾਕ ਔਰਤ ਨੇ ਪ੍ਰੋਫੈਸਰ ਵਿਲੀਅਮ ਮਕਡੂਗਲ ਨੂੰ ਬੇਵਕੂਫ ਬਣਾ ਦਿੱਤਾ, ਬਲਕਿ ਮੈਂ ਤਾਂ ਇਸ ਗੱਲੋਂ ਹੈਰਾਨ ਸੀ ਕਿ ਇੱਕ ਜੀਵ ਵਿਗਿਆਨ ਦਾ ਪ੍ਰੋਫੈਸਰ ਰਹੀਨ ਘੋੜੀ ਦੀਆਂ ਉੱਭਰੀਆਂ ਅੱਖੀਆਂ ਕਰਕੇ ਉਹਦੇ ਪਿੱਛੇ ਦੀ ਸੱਚਾਈ ਨੂੰ ਭੁੱਲ ਗਿਆ। ਤੇ ਜਦੋਂ ਪ੍ਰੋਫੈਸਰ ਸਕਾਰਨੇ ਦੀ ਜਾਂਚ ਰਿਪੋਰਟ ਆਈ, ਇਸ ਨਾਲ ਲੇਡੀ ਵੰਡਰ ਦੁਆਰਾ ਮਨ ਨੂੰ ਪੜ੍ਹਨ ਦਾ ਵਪਾਰ ਖਤਮ ਹੋ ਗਿਆ। ਧੰਨਵਾਦ।